ਹੈਲੋ एवरीवन ਵੈਲਕਮ ਟੂ ਸਟੇ ਸ਼ੌਕਤ ਹੇਅਰ ਸਟਾਈਲ ਬਿਕਮਸ ਈਜ਼ੀਅਰ। ਸੋ ਆਪਾਂ ਲੈ ਕੇ ਆਏ ਜੀ ਈਵੀਐਸ ਦੀ ਨੈਕਸਟ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਜੀ ਫੂਡ ਐਂਡ ਨਿਊਟ੍ਰੀਸ਼ਨ ਦੇ ਬਾਰੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਐਮਸੀਕਿਊਜ਼ ਦੀ ਵੀਡੀਓ। ਬਾਕੀ ਵੀਡੀਓਜ਼ ਨੂੰ ਦੇਖਣ ਲਈ ਤੁਸੀਂ ਆ ਬਟਨ ਤੇ ਕਲਿੱਕ ਕਰ ਸਕਦੇ ਹੋ ਤੇ ਈਵੀਐਸ ਦੇ ਬਾਕੀ ਟੌਪਿਕਸ ਦੀ ਵੀਡੀਓਜ਼ ਦੀ ਐਮਸੀਕਿਊਜ਼ ਦੀ ਪ੍ਰੈਕਟਿਸ ਤੁਸੀਂ ਉੱਥੋਂ ਜਾ ਕੇ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਸਾਈਕੋਲੋਜੀ ਦੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਲਿੰਕ ਵੀ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਸਾਰੀ ਵੀਡੀਓਜ਼ ਦਾ ਲਿੰਕ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਵੀ ਦਿੱਤਾ ਜਾਂਦਾ। ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ, ਤੁਸੀਂ ਉੱਥੋਂ ਜਾ ਕੇ ਉਸਨੂੰ ਜੁਆਇਨ ਕਰ ਸਕਦੇ ਹੋ। ਇਹ ਵੀਡੀਓ ਤੁਹਾਨੂੰ ਬਾਇਲਿੰਗੁਅਲ ਮਿਲੇਗੀ, ਯਾਨੀ ਕਿ ਤੁਹਾਨੂੰ ਕੁਐਸਚਨ ਇੰਗਲਿਸ਼ ਔਰ ਪੰਜਾਬੀ ਦੋਨਾਂ ਦੇ ਵਿੱਚ ਦੱਸੇ ਜਾਣਗੇ। ਸੋ ਸਭ ਤੋਂ ਪਹਿਲਾ ਕੁਐਸਚਨ ਆਪਣੇ ਪਾਸ, ਮੀਰਾ ਐਂਡ ਦਿਵਿਆ ਆਰ ਯੰਗ ਗਰਲਸ। ਮੀਰਾ ਲਾਈਕਸ ਟੂ ਈਟ ਸਮੋਸਾਸ, cutlets and bread. Divya on the other hand takes on iron deficient diet. Which of the following disorders are Meera and Divya likely to suffer from respectively? ਮੀਰਾ ਤੇ ਦਿਵਿਆ ਜਵਾਨ ਕੁੜੀਆਂ ਹਨ। ਮੀਰਾ ਨੂੰ ਸਮੋਸੇ, ਕਟਲੇਟ ਅਤੇ ਬ੍ਰੈਡ ਖਾਣਾ ਪਸੰਦ ਹੈ। ਦੂਜੇ ਪਾਸੇ ਦਿਵਿਆ ਆਇਰਨ ਦੀ ਕਮੀ ਵਾਲੀ ਡਾਈਟ ਲੈਂਦੀ ਹੈ। ਮੀਰਾ ਅਤੇ ਦਿਵਿਆ ਨੂੰ ਕ੍ਰਮਵਾਰ ਹੇਠ ਲਿਖੀਆਂ ਕਿਹੜੀਆਂ ਬਿਮਾਰੀਆਂ ਤੋਂ ਪੀੜਿਤ ਹੋਣ ਦੀ ਸੰਭਾਵਨਾ ਹੈ? ਸਭ ਤੋਂ ਪਹਿਲਾ ਆਪਸ਼ਨ ਆਪਣੇ ਪਾਸ ਓਬੇਸਿਟੀ ਐਂਡ ਸਕਰਵੀ, ਮੋਟਾਪਾ ਅਤੇ ਸਕਰਵੀ। ਸੈਕਿੰਡ ਆਪਸ਼ਨ ਆਪਣੇ ਪਾਸ ਸਕਰਵੀ ਐਂਡ ਅਨੀਮੀਆ, ਸਕਰਵੀ ਤੇ ਅਨੀਮੀਆ। ਥਰਡ ਹੈ ਅਨੀਮੀਆ ਐਂਡ ਨਾਈਟ ਬਲਾਈਂਡਨੈਸ, ਅਨੀਮੀਆ ਤੇ ਰਾਤ ਦਾ ਅੰਨਾਪਨ। ਤੇ ਫੋਰਥ ਹੈ ਓਬੇਸਿਟੀ ਐਂਡ ਅਨੀਮੀਆ, ਮੋਟਾਪਾ ਅਤੇ ਅਨੀਮੀਆ। ਸੋ ਇਹਨਾਂ ਵਿੱਚੋਂ ਰਾਈਟ ਆਂਸਰ ਕਿਹੜਾ ਹੋਏਗਾ? ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 4। ਸੈਕਿੰਡ ਕੁਐਸਚਨ ਆਪਣੇ ਪਾਸ, ਇਟ ਹੈਜ਼ ਬੀਨ ਓਬਜ਼ਰਵਡ ਦੈਟ ਦ ਪ੍ਰੋਸੈਸ ਆਫ ਡਾਈਜੈਸ਼ਨ ਇਜ਼ ਫਾਸਟਰ ਇਨਸਾਈਡ ਦ ਸਟਮਕ ਦੈਨ ਆਊਟਸਾਈਡ ਬਿਕੋਜ਼। ਦੇਖਿਆ ਗਿਆ ਹੈ ਕਿ ਅੰਦਰ ਪਾਚਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਬਾਹਰ ਨਾਲੋਂ ਪੇਟ ਵਿੱਚ, ਕਿਉਂਕਿ। ਸੋ ਫਸਟ ਹੈ ਦ ਡਾਈਜੈਸਟਿਵ ਜੂਸਿਸ ਵੈਨ ਕੈਪਟ ਆਊਟਸਾਈਡ ਦ ਸਟਮਕ ਬਿਕਮ ਇਨਐਕਟਿਵ। ਪੇਟ ਦੇ ਬਾਹਰ ਰੱਖਣ ਨਾਲ ਪਾਚਨ ਰਸ ਅਕਿਰਿਆਸ਼ੀਲ ਹੋ ਜਾਂਦੇ ਹਨ। ਸੈਕਿੰਡ ਹੈ ਦ ਫੂਡ ਇਜ਼ ਚਰਨਡ ਇਨ ਦੀ ਸਟਮਕ ਦੇਅਰ ਬਾਈ ਇਨਕਰੀਜ਼ਿੰਗ ਦ ਸਰਫੇਸ ਏਰੀਆ ਫॉर ਕੁਇਕਰ ਐਂਜ਼ਾਈਮ ਐਕਸ਼ਨ। ਭੋਜਨ ਨੂੰ ਪੇਟ ਵਿੱਚ ਰਿੜਕਿਆ ਜਾਂਦਾ ਹੈ ਜਿਸ ਨਾਲ ਐਂਜ਼ਾਈਮ ਦੀ ਤੇਜ਼ ਕਿਰਿਆ ਲਈ ਸਤਹ ਤੇ ਖੇਤਰ ਵਿੱਚ ਵਾਧਾ ਹੁੰਦਾ ਹੈ। ਥਰਡ ਹੈ ਦ ਡਾਈਜੈਸਟਿਵ ਜੂਸਿਸ ਇਨਸਾਈਡ ਦ ਸਟਮਕ ਆਰ ਐਸਿਡਿਕ ਵਾਈਲ ਆਊਟਸਾਈਡ ਦੇ ਆਰ ਐਲਕਲਾਈਨ। ਅੰਦਰ ਪਾਚਨ ਰਸ ਪੇਟ ਤੇਜ਼ਾਬੀ ਹੁੰਦੇ ਹਨ ਜਦਕਿ ਬਾਹਰ ਉਹ ਖਾਰੀ ਹਨ। ਫੋਰਥ ਆਪਸ਼ਨ ਹੈ ਦ ਅਮਾਊਂਟ ਆਫ ਡਾਈਜੈਸਟਿਵ ਜੂਸਿਸ ਪ੍ਰੋਡਿਊਸਡ ਇਨ ਦ ਸਟਮਕ ਇਨ ਦ ਪ੍ਰੈਜ਼ੈਂਸ ਆਫ ਫੂਡ ਇਜ਼ ਮਚ ਮੋਰ। ਭੋਜਨ ਦੀ ਮੌਜੂਦਗੀ ਵਿੱਚ ਪੇਟ ਵਿੱਚ ਪਾਚਕ ਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਸ ਦਾ ਰਾਈਟ ਆਪਸ਼ਨ ਕੀ ਹੋਏਗਾ ਜੀ? ਆਪਸ਼ਨ ਨੰਬਰ 2। The food is churned in the stomach thereby increasing the surface area for quicker enzyme action. ਭੋਜਨ ਨੂੰ ਪੇਟ ਵਿੱਚ ਰਿੜਕਿਆ ਜਾਂਦਾ ਹੈ ਜਿਸ ਨਾਲ ਐਂਜ਼ਾਈਮ ਦੀ ਕਿਰਿਆ ਦੇ ਲਈ ਸਤਹ ਦੇ ਖੇਤਰ ਵਿੱਚ ਵਾਧਾ ਹੁੰਦਾ ਹੈ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ। ਜਿਸ ਪਾਸ ਆਪਣੇ ਪਾਸ ਕੁਐਸਚਨ ਨੰਬਰ 3, ਦੁਰਗਾ ਲਿਵਸ ਇਨ ਅ ਵਿਲੇਜ ਐਂਡ ਕੁਕਸ ਫੂਡ ਔਨ ਅ ਚੁੱਲਾ ਯਾਨੀ ਕਿ ਸਟੋਵ ਯੂਜ਼ਿੰਗ ਵੁੱਡ ਔਰ ਕਾਊ ਡੰਗ ਕੇਕ ਐਜ਼ ਅ ਫਿਊਲ। ਵੀ she has been suffering from a severe cough for the last 3 months. This may be due to the। ਦੁਰਗਾ ਇੱਕ ਪਿੰਡ ਵਿੱਚ ਰਹਿੰਦੀ ਹੈ ਤੇ ਬਾਲਣ ਵਜੋਂ ਲੱਕੜ ਜਾਂ ਗੋਹੇ ਦੇ ਕੇਕ ਦੀ ਵਰਤੋਂ ਯਾਨੀ ਕਿ ਗੋਹੇ ਦੀ ਵਰਤੋਂ ਕਰਦੇ ਹੋਏ ਚੁੱਲ੍ਹੇ ਯਾਨੀ ਕਿ ਮਿੱਟੀ ਦੇ ਚੁੱਲ੍ਹੇ ਉੱਤੇ ਖਾਣਾ ਪਕਾਉਂਦੀ ਹੈ। ਉਹ ਪਿਛਲੇ 3 ਮਹੀਨਿਆਂ ਤੋਂ ਗੰਭੀਰ ਖੰਘ ਤੋਂ ਪੀੜਿਤ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਸਭ ਤੋਂ ਪਹਿਲਾਂ ਆਪਣੇ ਪਾਸ ਸਮੋਕ ਪ੍ਰੋਡਿਊਸਡ ਬਾਈ ਬਰਨਿੰਗ ਫਿਊਲ ਵਿਚ ਮੇ ਹੈਵ ਕੋਜ਼ਡ ਹਰ ਐਲਰਜੀ। ਬਾਲਣ ਜਲਾਉਣ ਨਾਲ ਪੈਦਾ ਹੋਇਆ ਧੂੰਆਂ ਜਿਸ ਨਾਲ ਉਸਨੂੰ ਐਲਰਜੀ ਹੋ ਸਕਦੀ ਹੈ। ਸੈਕਿੰਡ ਇਜ਼ ਓਲਡ ਏਜ ਐਂਡ ਪੋਲਿਊਸ਼ਨ ਇਨਸਾਈਡ ਐਂਡ ਆਊਟਸਾਈਡ ਹਰ ਹਟ। ਬੁਢਾਪਾ ਤੇ ਉਸਦੀ ਝੌਂਪੜੀ ਦੇ ਅੰਦਰ ਤੇ ਬਾਹਰ ਪ੍ਰਦੂਸ਼ਣ, ਉਹ ਇਸ ਦਾ ਕਾਰਨ ਹੋ ਸਕਦਾ ਹੈ। ਥਰਡ ਆਪਸ਼ਨ ਕਾਰਬਨ ਮੋਨੋਆਕਸਾਈਡ ਪ੍ਰੋਡਿਊਸਡ ਬਾਈ ਬਰਨਿੰਗ ਫਿਊਲ ਵਿਚ ਮੇ ਹੈਵ ਬੀਨ ਡਿਪੋਜ਼ਿਟਡ ਇਨ ਹਰ ਰੈਸਪੀਰੇਟਰੀ ਟਰੈਕਟ। ਕਾਰਬਨ ਮੋਨੋਆਕਸਾਈਡ ਬਾਲਣ ਨੂੰ ਸਾੜ ਕੇ ਪੈਦਾ ਕੀਤਾ ਗਿਆ, ਉਹ ਉਸਦੀ ਸਾਹ ਦੀ ਨਲੀ ਵਿੱਚ ਜਮ੍ਹਾਂ ਹੋ ਸਕਦਾ ਹੈ। ਫੋਰਥ ਹੈ ਸੂਟ ਪ੍ਰੋਡਿਊਸਡ ਬਾਈ ਬਰਨਿੰਗ ਦ ਫਿਊਲਸ ਵਿਚ ਮੇ ਹੈਵ ਬੀਨ ਡਿਪੋਜ਼ਿਟਡ ਇਨ ਹਰ ਰੈਸਪੀਰੇਟਰੀ ਟਰੈਕਟ। ਉਸਦੀ ਸਾਹ ਦੀ ਨਲੀ ਵਿੱਚ ਜਮ੍ਹਾਂ ਹੋਏ ਬਾਲਣ ਨੂੰ ਸਾੜ ਕੇ ਪੈਦਾ ਹੋਈ ਜਿਹੜੀ ਸੂਟ ਹੈ ਉਹ ਉਹਦੀ ਸਾਹ ਦੀ ਨਲੀ ਵਿੱਚ ਜਮ੍ਹਾਂ ਹੋਈ ਹੋਵੇ ਜਿਸ ਕਰਕੇ ਉਹਨੂੰ ਖੰਘ ਹੋ ਸਕਦੀ ਹੈ। ਤਾਂ ਕੀ ਕਾਰਨ ਹੋ ਸਕਦਾ ਹੈ? ਤੋ ਥਰਡ ਦਾ ਆਂਸਰ ਹੈਗਾ ਜੀ ਆਪਸ਼ਨ ਨੰਬਰ 4। ਜਿਹੜੀ ਬਰਨ ਕਰਨ ਤੇ ਫਿਊਲ ਨੂੰ ਬਰਨ ਕਰਨ ਤੇ ਜਿਹੜੀ ਸੂਟ ਪ੍ਰੋਡਿਊਸ ਹੁੰਦੀ ਹੈ ਉਹ ਉਹਦੀ ਰੈਸਪੀਰੇਟਰੀ ਟਰੈਕ ਯਾਨੀ ਕਿ ਸਾਹ ਨਲੀ ਦੇ ਵਿੱਚ ਜਮ੍ਹਾਂ ਹੋਣ ਕਰਕੇ ਉਸਨੂੰ ਇਹ ਖੰਘ ਦੀ ਪ੍ਰੋਬਲਮ ਹੋਈ ਹੈ। ਨੈਕਸਟ ਕੁਐਸਚਨ ਆਪਣੇ ਪਾਸ ਕੁਐਸਚਨ ਨੰਬਰ 4, ਵਿਟਾਮਿਨਸ ਆਰ ਸਬਸਟੈਂਸਿਸ। ਵਿਟਾਮਿਨ ਪਦਾਰਥ ਹਨ। ਸਭ ਤੋਂ ਪਹਿਲਾਂ ਰਿਕੁਆਇਰਡ ਇਨ ਅ ਸਮੋਲ ਕੁਆਂਟੀਟੀਜ਼ ਟੂ ਪ੍ਰੀਵੈਂਟ ਡੈਫੀਸ਼ੀਐਂਸੀਜ਼ ਡਿਸੀਜ਼। ਘਾਟ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਥੋੜ੍ਹੀ ਮਾਤਰਾ ਵਿੱਚ ਲੋੜੀਂਦਾ ਹੈ। ਸੈਕਿੰਡ ਹੈ ਦੈਟ ਇਨਕਰੀਜ਼ ਆਰ ਮੈਟਾਬੋਲਿਕ ਰੇਟ ਲੀਡਿੰਗ ਟੂ ਲੋਸ ਆਫ ਵੇਟ। ਜੋ ਸਾਡੀ ਪਾਚਕ ਦਰ ਨੂੰ ਵਧਾਉਂਦੇ ਹਨ, ਸਾਡੇ ਭਾਰ ਘਟਾਉਣ ਦੇ ਵਿੱਚ ਵੀ ਹੈਲਪ ਕਰਦੇ ਹਨ। ਥਰਡ ਹੈ ਜੀ ਰਿਕੁਆਇਰਡ ਐਜ਼ ਮੈਡੀਸਿਨਸ ਟੂ ਮੇਕ ਅਸ ਹੈਲਦੀ। ਇਹ ਸਾਨੂੰ ਦਵਾਈਆਂ ਦੀ ਤਰ੍ਹਾਂ ਲੋੜੀਂਦੇ ਹਨ ਜੋ ਸਾਨੂੰ ਸਿਹਤਮੰਦ ਬਣਾਉਂਦੇ ਹਨ। ਫੋਰਥ ਹੈ ਦੈਟ ਬਿਲਡਸ ਮਸਲਸ ਟੂ ਕੀਪ ਅਸ ਸਟਰੋਂਗ। ਜੋ ਸਾਨੂੰ ਮਜ਼ਬੂਤ ਰੱਖਣ ਲਈ ਸਾਡੀ ਮਾਸਪੇਸ਼ੀਆਂ ਬਣਾਉਂਦੇ ਹਨ। ਸੋ ਫੋਰ ਦਾ ਰਾਈਟ ਆਪਸ਼ਨ ਹੋਗਾ ਜੀ ਆਪਸ਼ਨ ਨੰਬਰ 1, ਰਿਕੁਆਇਰਡ ਇਨ ਸਮੋਲ ਕੁਆਂਟੀਟੀਜ਼ ਟੂ ਪ੍ਰੀਵੈਂਟ ਡੈਫੀਸ਼ੀਐਂਸੀਜ਼ ਡਿਸੀਜ਼ਜ਼। ਸਾਨੂੰ ਥੋੜ੍ਹੀ ਮਾਤਰਾ ਦੇ ਵਿੱਚ ਵਿਟਾਮਿਨ ਜ਼ਰੂਰਤ ਹੁੰਦੇ ਆ ਤਾਂ ਕਿ ਸਾਡੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਦੀ ਬਿਮਾਰੀ ਨਾ ਹੋਵੇ, ਯਾਨੀ ਕਿ ਕਿਸੇ ਵੀ ਵਿਟਾਮਿਨ ਦੀ ਘਾਟ ਦੇ ਨਾਲ ਜੋ ਬਿਮਾਰੀਆਂ ਹੁੰਦੀਆਂ ਨੇ ਉਸਨੂੰ ਰੋਕਣ ਲਈ ਇਹ ਥੋੜ੍ਹੀ ਮਾਤਰਾ ਦੇ ਵਿੱਚ ਸਾਡੇ ਲਈ ਜ਼ਰੂਰੀ ਨੇ। ਹਾਂਜੀ, ਨੈਕਸਟ ਕੁਐਸਚਨ ਆਪਣੇ ਪਾਸ, ਰੀਨਾ ਸੈਪਰੇਟਿਡ ਦਾ ਗਾਰਬੇਜ ਫਰੋਮ ਦਾ ਹਾਊਸ ਇਨਟੂ 2 ਪਾਈਲਸ ਐਜ਼ ਸ਼ੋਨ ਬਿਲੋ। ਤਾਂ ਉਸਨੇ 2 ਢੇਰੀਆਂ ਜਿਹੜੀਆਂ ਰੀਨਾ ਨੇ ਲਗਾ ਦਿੱਤੀਆਂ। ਰੀਨਾ ਨੇ ਹੇਠ ਦਰਸਾਏ ਅਨੁਸਾਰ ਘਰ ਦੇ ਕੂੜੇ ਨੂੰ 2 ਢੇਰਾਂ ਵਿੱਚ ਵੱਖ ਕੀਤਾ ਹੈ। ਸਭ ਤੋਂ ਪਹਿਲਾਂ ਬਨਾਨਾ ਸਕਿਨ, ਵੈਜੀਟੇਬਲਸ, ਪੀਲਸ, ਡਰਾਈਡ ਲੀਵਸ, ਨਿਊਜ਼ਪੇਪਰਸ। ਬਨਾਨਾ ਸਕਿਨ ਹੋ ਗਿਆ ਜੀ ਕੇਲੇ ਦੀ ਚਮੜੀ ਯਾਨੀ ਕਿ ਕੇਲੇ ਦਾ ਛਿਲਕਾ। ਵੈਜੀਟੇਬਲਸ ਸਬਜ਼ੀਆਂ, ਪੀਲਸ ਛਿਲਕੇ, ਡਰਾਈਡ ਲੀਵਸ ਸੁੱਕੇ ਪੱਤੇ ਤੇ ਨਿਊਜ਼ਪੇਪਰ ਯਾਨੀ ਕਿ ਅਖਬਾਰ। ਦੂਸਰੇ ਪਾਸੇ ਦੂਸਰੇ ਢੇਰ ਦੇ ਵਿੱਚ ਉਸਨੇ ਇਕੱਠਾ ਕੀਤਾ, ਇੱਕ ਪਾਸੇ ਜੈਮ ਇਕੱਠੀ ਕੀਤੀ, ਬੋਟਲ ਸੌਸ ਇਕੱਠੀ ਕਰ ਦਿੱਤੀ, ਬੋਟਲ ਯੂਜ਼ਡ ਯਾਨੀ ਕਿ ਜਿਹੜੀਆਂ ਬੋਤਲਾਂ ਯੂਜ਼ ਕੀਤੀਆਂ ਹੋਈਆਂ ਉਹਨਾਂ ਨੂੰ ਇੱਕ ਪਾਸੇ ਰੱਖਿਆ, ਟੁੱਥਪੇਸਟ, ਟਿਊਬ ਤੇ ਪਲਾਸਟਿਕ ਟੋਇਜ਼।
ਤੇ ਇਹ ਸਾਰੇ ਜਿਹੜੀ ਚੀਜ਼ਾਂ ਉਹਨਾਂ ਨੇ ਇੱਕ ਢੇਰ ਦੇ ਵਿੱਚ ਇਕੱਠੀਆਂ ਕਰ ਦਿੱਤੀਆਂ। ਰੀਨਾ ਹੈਜ਼ ਸੈਪਰੇਟਡ ਦ ਗਾਰਬੇਜ ਵੇਸਟ ਇਨਟੂ 2 ਪਾਈਲਸ ਡਿਪੈਂਡਿੰਗ ਔਨ ਦ ਕ੍ਰਾਈਟੇਰੀਆ। ਸੋ ਰੀਨਾ ਨੇ ਕੂੜਾ ਜਿਹੜਾ ਵੱਖਰਾ ਕੀਤਾ ਉਹ ਕਿਹੜੇ ਮਾਪਦੰਡ ਦੇ ਆਧਾਰ ਤੇ ਰਹਿੰਦ ਖੂੰਹਦ ਨੂੰ 2 ਢੇਰਾਂ ਵਿੱਚ ਵੰਡਿਆ। ਸਭ ਤੋਂ ਪਹਿਲਾਂ ਹੈ ਜੀ ਆਰ ਹਾਊਸਹੋਲਡ ਇੰਡਸਟਰੀਅਲ ਵੇਸਟ ਤੇ ਘਰੇਲੂ ਅਤੇ ਉਦਯੋਗਿਕ ਰਹਿੰਦ ਖੂੰਹਦ, ਹੈਵ ਓਡੋਰ ਐਂਡ ਆਰ ਓਡੋਰਲੈਸ ਯਾਨੀ ਕਿ ਗੰਧ ਵਾਲੇ ਤੇ ਬਦਬੂ ਰਹਿਤ ਵਾਲੇ ਦੇ ਆਧਾਰ ਤੇ। ਥਰਡ ਹੈ ਕੈਨ ਬੀ ਡੀਕੰਪੋਜ਼ਡ, ਕਾਂਟ ਬੀ ਡੀਕੰਪੋਜ਼ਡ, ਕੰਪੋਜ਼ ਕੀਤਾ ਜਾ ਸਕਦਾ ਹੈ ਤੇ ਕੰਪੋਜ਼ ਨਹੀਂ ਕੀਤਾ ਜਾ ਸਕਦਾ। ਫੋਰਥ ਹੈ ਕੈਨ ਬੀ ਰੀਸਾਈਕਲਡ ਔਰ ਕਾਂਟ ਬੀ ਰੀਸਾਈਕਲਡ, ਰੀਸਾਈਕਲ ਕੀਤਾ ਜਾ ਸਕਦਾ ਹੈ ਤੇ ਦੂਸਰੀ ਢੇਰ ਦੇ ਵਿੱਚ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਸੋ ਕਿਸ ਦੇ ਆਧਾਰ ਤੇ ਉਸਨੇ ਇਹ 2 ਢੇਰੀਆਂ ਬਣਾਈਆਂ ਨੇ? ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 3 ਕੈਨ ਬੀ ਡੀਕੰਪੋਜ਼ਡ ਐਂਡ ਕਾਂਟ ਬੀ ਡੀਕੰਪੋਜ਼ਡ। ਕੁਐਸਚਨ ਨੰਬਰ 6 ਆਪਣੇ ਪਾਸ ਕੁਕਡ ਰਾਈਸ ਕੈਨ ਬੀ ਪ੍ਰੀਜ਼ਰਵਡ ਫॉर ਅ ਲੋਂਗਰ ਟਾਈਮ ਇਨ ਅ ਰੈਫ੍ਰਿਜਰੇਟਰ ਬਿਕੋਜ਼। ਪਕਾਏ ਹੋਏ ਚੌਲਾਂ ਨੂੰ ਫ੍ਰਿਜ ਵਿੱਚ ਲੰਬੇ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਜੀ ਮੋਇਸਚਰ ਕੰਟੈਂਟ ਇਨ ਦਾ ਫੂਡ ਇਜ਼ ਰਿਡਿਊਸਡ ਐਟ ਲੋ ਟੈਂਪਰੇਚਰ, ਭੋਜਨ ਵਿੱਚ ਨਮੀ ਦੀ ਮਾਤਰਾ ਘੱਟ ਤਾਪਮਾਨ ਤੇ ਘੱਟ ਜਾਂਦੀ ਹੈ। ਸੈਕਿੰਡ ਰੈਫ੍ਰਿਜਰੇਟਰ ਕੰਟੇਨ ਸਰਟਨ ਕੈਮੀਕਲਸ ਵਿਚ ਕਿਲ ਦਾ ਮਾਈਕਰੋਬਸ, ਫ੍ਰਿਜ ਵਿੱਚ ਕੁਝ ਰਸਾਇਣ ਹੁੰਦੇ ਹਨ ਜੋ ਰੋਗਾਣੂਆਂ ਨੂੰ ਮਾਰਦੇ ਹਨ। ਥਰਡ ਹੈ ਮਾਈਕਰੋਬਸ ਬਿਕਮ ਇਨਐਕਟਿਵ ਐਟ ਦ ਲੋ ਟੈਂਪਰੇਚਰ, ਘੱਟ ਤਾਪਮਾਨ ਤੇ ਰੋਗਾਣੂ ਨਾ ਸਰਗਰਮ ਹੋ ਜਾਂਦੇ ਹਨ। ਫੋਰਥ ਹੈ ਮਾਈਕਰੋਬਸ ਆਰ ਡਿਸਟਰੋਇਡ ਐਂਡ ਕਿਲਡ ਐਟ ਲੋ ਟੈਂਪਰੇਚਰ, ਰੋਗਾਣੂ ਘੱਟ ਤਾਪਮਾਨ ਤੇ ਨਸ਼ਟ ਅਤੇ ਮਾਰੇ ਜਾਂਦੇ ਹਨ। सो इज द राइट ऑप्शन होगा ऑप्शन नंबर 3 माइक्रोब्स बिकम इनएक्टिव एट द लो टेम्परेचर। बात है अपने पास क्वेश्चन नंबर 7 वाइल टीचिंग हाउ डिफरेंट फूड आइटम्स कैन बी कैप्ट फ्रैश फॉर सम टाइम्स राधा एनुमरेटेड द फॉलोइंग टेक्निक्स टू हर क्लास। ਇਹ ਸਿਖਾਉਂਦੇ ਹੋਏ ਕਿ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਕੁਝ ਸਮੇਂ ਲਈ ਕਿਵੇਂ ਤਾਜ਼ਾ ਰੱਖਿਆ ਜਾ ਸਕਦਾ ਹੈ, ਰਾਧਾ ਨੇ ਆਪਣੀ ਕਲਾਸ ਨੂੰ ਹੇਠ ਲਿਖੀਆਂ ਤਕਨੀਕਾਂ ਬਾਰੇ ਦੱਸਿਆ। ਸਭ ਤੋਂ ਪਹਿਲਾਂ ਉਸਨੇ ਦੱਸਿਆ ਪੁੱਟ ਇਟ ਇਨ ਅ ਬੋਲ ਐਂਡ ਕੀਪ ਦ ਬੋਲ ਇਨ ਐਨ ਓਪਨ ਕੰਟੇਨਰ ਹੈਵਿੰਗ ਕੋਲਡ ਵਾਟਰ। ਇਸ ਨੂੰ ਇੱਕ ਕਟੋਰੇ ਵਿੱਚ ਪਾਓ ਅਤੇ ਰੱਖੋ ਠੰਡੇ ਪਾਣੀ ਨਾਲ ਇੱਕ ਖੁੱਲੇ ਕੰਟੇਨਰ ਦੇ ਵਿੱਚ ਕਟੋਰਾ ਜਿਹੜਾ ਉਹ ਰੱਖ ਦਿਓ। ਬੀ ਉਸਨੇ ਯਾਨੀ ਕਿ ਬੀ ਨੰਬਰ 'ਤੇ ਦੱਸਿਆ ਰੈਪ ਇਟ ਇਨ ਅ ਡੈਂਪ ਕਲੋਥ, ਇਸ ਨੂੰ ਗਿੱਲੇ ਕੱਪੜੇ ਵਿੱਚ ਲਪੇਟੋ। ਸੀ ਸਪਰੈਡ ਇਟ ਓਪਨ ਇਨ ਦ ਸਨਸ਼ਾਈਨ, ਇਸ ਨੂੰ ਧੁੱਪ ਵਿੱਚ ਖੁੱਲਾ ਫੈਲਾਓ। ਤੇ ਡੀ ਕੱਟ ਇਟ ਇਨਟੂ ਸਮੋਲ ਪੀਸਿਸ ਐਂਡ ਕੀਪ ਇਟ ਇਨ ਦੀ ਡਾਰਕ, ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਰੱਖੋ ਤੇ ਇਸ ਨੂੰ ਹਨੇਰੇ ਵਿੱਚ ਰੱਖੋ। ਵਿਚ ਵਨ ਆਫ ਦ ਫੋਲੋਇੰਗ ਫੂਡ ਆਈਟਮਸ ਇਜ਼ ਸ਼ੀ ਰੈਫਰਿੰਗ ਟੂ ਕੋਰਸਪੋਂਡਿੰਗ ਟੂ ਟੈਕਨੀਕ ਬੀ ਅਬਵ। ਤਾਂ 4 ਤਰੀਕੇ ਉਸਨੇ ਦੱਸੇ ਆ, ਉਹਦੇ ਵਿੱਚ ਜਿਹੜਾ ਬੀ ਤਰੀਕਾ ਉਸਨੇ ਦੱਸਿਆ ਉਹ ਕਿਹੜੀ ਫੂਡ ਆਈਟਮ ਦੇ ਲਈ ਦੱਸਿਆ ਹੋ ਸਕਦਾ ਹੈ। ਹੇਠ ਲਿਖੇ ਭੋਜਨ ਵਿੱਚੋਂ ਕਿਹੜਾ ਤਕਨੀਕ ਬੀ ਨਾਲ ਮੇਲ ਖਾਂਦੀਆਂ ਚੀਜ਼ਾਂ ਦਾ ਜ਼ਿਕਰ ਹੈ? ਸੋ ਸਭ ਤੋਂ ਪਹਿਲੇ ਹੈ ਜੀ ਕੁਕਡ ਰਾਈਸ ਪਕਾਏ ਹੋਏ ਚੌਲ। ਸੈਕਿੰਡ ਹੈ ਅਨੀਅਨ ਗਾਰਲਿਕ ਪਿਆਜ਼ ਤੇ ਲਸਣ। ਥਰਡ ਹੈ ਗ੍ਰੀਨ ਕੋਰੀਐਂਡਰ ਹਰਾ ਧਨੀਆ। ਫੋਰਥ ਹੈ ਕਾਜੂ ਬਰਫੀ। ਨੰਬਰ 1 ਕੁਕਡ ਰਾਈਸ ਪਕਾਏ ਹੋਏ ਚਾਵਲ। ਸੋ ਪਕਾਏ ਹੋਏ ਚਾਵਲ ਨੂੰ ਡੈਂਪ ਕਲੋਥ ਦੇ ਵਿੱਚ ਯਾਨੀ ਕਿ ਗਿੱਲੇ ਕੱਪੜੇ ਦੇ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਹੈ। ਸੋ ਇਸ ਦਾ ਰਾਈਟ ਆਪਸ਼ਨ ਹੈਗਾ ਫਸਟ। 8th ਕੁਐਸਚਨ ਆਪਣੇ ਪਾਸ ਵਿਚ ਵਨ ਆਫ ਦ ਫੋਲੋਇੰਗ ਇਜ਼ ਅ ਗੁੱਡ ਕੁਕਿੰਗ ਪ੍ਰੈਕਟਿਸ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਵਧੀਆ ਖਾਣਾ ਪਕਾਉਣ ਦਾ ਅਭਿਆਸ ਹੈ? ਸਭ ਤੋਂ ਪਹਿਲਾਂ ਵਾਸ਼ਿੰਗ ਦਾ ਵੈਜੀਟੇਬਲਸ ਨਾਈਸਲੀ ਐਂਡ ਦੈਨ ਕਟਿੰਗ, ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣਾ ਤੇ ਫਿਰ ਕੱਟਣਾ। ਸੈਕਿੰਡ ਹੈ ਕਟਿੰਗ ਦਾ ਵੈਜੀਟੇਬਲਸ ਐਂਡ ਦੈਨ ਵਾਸ਼ਿੰਗ ਦੀਜ਼ ਇਨ ਰਨਿੰਗ ਵਾਟਰ, ਸਬਜ਼ੀਆਂ ਨੂੰ ਕੱਟੋ ਤੇ ਫਿਰ ਇਸ ਨੂੰ ਚਲਦੇ ਪਾਣੀ ਵਿੱਚ ਧੋਵੋ। ਥਰਡ ਹੈ ਕੀਪਿੰਗ ਦਾ ਵੈਜੀਟੇਬਲਸ ਇਨ ਸਨਸ਼ਾਈਨ ਫॉर ਸਮ ਟਾਈਮ ਬਿਫੋਰ ਕਟਿੰਗ ਐਂਡ ਕੁਕਿੰਗ, ਸਬਜ਼ੀਆਂ ਨੂੰ ਕੱਟਣ ਅਤੇ ਪਕਾਉਣ ਤੋਂ ਪਹਿਲਾਂ ਕੁਝ ਦੇਰ ਧੁੱਪ ਵਿੱਚ ਰੱਖੋ। ਫੋਰਥ ਹੈ ਕੁਕਿੰਗ ਦਾ ਵੈਜੀਟੇਬਲ ਬਾਈ ਡੀਪ ਫਰਾਈਂਗ ਟੂ ਕਿਲ ਬੈਕਟੀਰੀਆ ਨੂੰ ਮਾਰਨ ਲਈ ਸਬਜ਼ੀਆਂ ਨੂੰ ਡੂੰਘੇ ਤੇਲ ਵਿੱਚ ਤਲੋ। ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ 1 ਵਾਸ਼ਿੰਗ ਦ ਵੈਜੀਟੇਬਲਸ ਨਾਈਸਲੀ ਐਂਡ ਦੈਨ ਕਟਿੰਗ, ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣਾ ਤੇ ਫਿਰ ਕੱਟਣਾ। क्वेश्चन नंबर 9 है अपने पास वेट लिफ्टर्स आर जनरली रिक्वायर्ड टू मेक मोर मसल्स एंड बॉडी मास फॉर दिस पर्पस दे नीड टू टेक अ डाइट विच इज़ रिच इन। वेट ਲਿਫਟਰਾਂ ਨੂੰ ਆਮ ਤੌਰ ਤੇ ਵਧੇਰੇ ਮਾਸਪੇਸ਼ੀਆਂ ਸਰੀਰ ਦਾ ਪੁੰਜ ਬਣਾਉਣ ਲਈ ਲੋੜ ਹੁੰਦੀ ਹੈ। ਇਸ ਮੰਤਵ ਦੇ ਲਈ ਉਹਨਾਂ ਨੂੰ ਕਿਸ ਤਰ੍ਹਾਂ ਦੀ ਖੁਰਾਕ ਦੀ ਲੋੜ ਹੈ? ਜੋ ਸਭ ਤੋਂ ਪਹਿਲਾਂ ਜੀ ਪ੍ਰੋਟੀਨ ਦੀ, ਸੈਕਿੰਡ ਕਾਰਬੋਹਾਈਡਰੇਟਸ, ਥਰਡ ਫੈਟਸ, ਫੋਰਥ ਵਿਟਾਮਿਨਸ। तो इसका राइट ऑप्शन होगा जी ऑप्शन नंबर 1 प्रोटीन्स। क्वेश्चन नंबर 10 अपने पास अंजलि ਦੇ ਦੋਸਤਾਂ ਨੇ ਦੰਦ ਨੂੰ ਸੜਨ ਤੋਂ ਬਚਾਉਣ ਲਈ ਲਿਖੇ 4 ਤਰੀਕੇ ਦੱਸੇ। ਸਭ ਤੋਂ ਪਹਿਲਾ ਜੀ ਬ੍ਰਸ਼ ਯੂਰ ਟੀਥ ਟਵਾਈਸ ਅ ਡੇ, ਦਿਨ ਵਿੱਚ 2 ਵਾਰ ਆਪਣੇ ਦੰਦਾਂ ਨੂੰ ਬ੍ਰਸ਼ ਕਰੋ। ਸੈਕਿੰਡ ਹੈ ਵੀਅਰ ਬ੍ਰੇਸਿਸ ਟੂ ਅਵੋਇਡ ਐਨੈਮਲ ਲੀਕੇ, ਮੀਨਾਕਾਰੀ ਤੋਂ ਬਚਣ ਲਈ ਬ੍ਰੇਸ ਪਹਿਨੋ। ਸੀ ਅਵੋਇਡ ਸਵੀਟਸ ਚੋਕਲੇਟਸ ਐਂਡ ਕਾਰਬੋਨੇਟਡ ਡਰਿੰਕਸ, ਮਿਠਾਈਆਂ ਚੋਕਲੇਟ ਅਤੇ ਕਾਰਬੋਨੇਟਡ ਡਰਿੰਕਸ ਤੋਂ ਪਰਹੇਜ਼ ਕਰੋ। ਡੀ ਹੈ ਰਿੰਸ ਯੂਅਰ ਮਾਊਥ ਆਫਟਰ ਐਵਰੀ ਮੀਲ, ਹਰ ਭੋਜਨ ਤੋਂ ਬਾਅਦ ਆਪਣੇ ਮੂੰਹ ਨੂੰ ਕੁਰਲੀ ਕਰੋ। ਵਿਚ ਆਫ ਦਾ ਅਬਵ ਵੇ ਸ਼ੁੱਡ ਅੰਜਲੀ ਫੋਲੋ, ਤਾਂ ਇਹਨਾਂ ਵਿੱਚੋਂ ਕਿਹੜਾ ਤਰੀਕਾ ਅੰਜਲੀ ਨੂੰ ਫੋਲੋ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾ ਹੈ ਜੀ ਬੀ ਸੀ ਐਂਡ ਡੀ, ਸੈਕਿੰਡ ਹੈ ਸੀ ਡੀ ਐਂਡ ਏ, ਥਰਡ ਹੈ ਡੀ ਏ ਐਂਡ ਬੀ ਤੇ ਫੋਰਥ ਹੈ ਏ ਐਂਡ ਸੀ। ਸੋ ਇਸਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 2 ਸੀ ਡੀ ਐਂਡ ਏ। ਮਿਠਾਈਆਂ ਚੋਕਲੇਟ ਤੇ ਕਾਰਬੋਨੇਟ ਡਰਿੰਕਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ, ਨਾਲ ਆਪਣੇ ਹਰ ਇੱਕ ਭੋਜਨ ਤੋਂ ਬਾਅਦ ਆਪਣੇ ਮੂੰਹ ਨੂੰ ਕੁਰਲੀ ਕਰਨੀ ਚਾਹੀਦੀ ਹੈ। ਦਿਨ ਵਿੱਚ 2 ਵਾਰ ਆਪਣੇ ਦੰਦਾਂ ਨੂੰ ਬਰੁਸ਼ ਕਰਨਾ ਚਾਹੀਦਾ ਹੈ। ਤੇ ਕੁਐਸਚਨ ਨੰਬਰ 11 ਆਪਣੇ ਪਾਸ ਇਨ ਵਿਚ ਵਨ ਆਫ ਦਾ ਫੋਲੋਇੰਗ ਗਰੁੱਪਸ ਆਰ ਦਾ ਵਰਡਸ ਇੰਟੀਮੇਟਲੀ ਰਿਲੇਟਡ। ਹੇਠ ਲਿਖੇ ਸਮੂਹਾਂ ਵਿੱਚੋਂ ਕਿਹੜੇ ਸ਼ਬਦ ਗੂੜਾ ਸੰਬੰਧ ਰੱਖਦੇ ਹਨ? ਤਾਂ ਸਭ ਤੋਂ ਪਹਿਲਾਂ ਹੈ ਜੀ ਮੋਸਕੀਟੋ, ਮਲੇਰੀਆ, ਅਨੀਮੀਆ, ਆਇਰਨ। ਤੁਸੀਂ ਇਸਦੀ ਸਪੈਲਿੰਗ ਠੀਕ ਕਰ ਲਿਓ। ਮੋਸਕੀਟੋ ਦੇ ਬਾਅਦ ਲਿਖਿਆ ਹੋਇਆ ਜੀ ਮਲੇਰੀਆ, ਦੈਨ ਅਨੀਮੀਆ, ਆਇਰਨ। ਸੈਕਿੰਡ ਹੈ ਆਇਰਨ, ਮਲੇਰੀਆ, ਅਨੀਮੀਆ, ਬਲੱਡ। ਥਰਡ ਹੈ ਆਇਰਨ, ਹੀਮੋਗਲੋबिन, ਅਨੀਮੀਆ, ਆਮਲਾ। ਫੋਰਥ ਹੈ ਮੋਸਕੀਟੋ, ਡੇਂਗੂ, ਆਇਰਨ, ਜੈਗਰੀ। ਸੋ ਇਸ ਦੇ ਵਿੱਚ ਤੁਸੀਂ ਦੇਖਣਾ ਜੀ ਰਾਈਟ ਮੈਚ ਕਿਹੜਾ ਹੈ। 7 ਦਾ ਰਾਈਟ ਆਪਸ਼ਨ ਹੋਗਾ ਜੀ ਆਪਸ਼ਨ ਨੰਬਰ 1 ਮੋਸਕੀਟੋ, ਮਲੇਰੀਆ, ਅਨੀਮੀਆ, ਆਇਰਨ।
ਸੋ ਮਲੇਰੀਆ ਦੀ ਬਿਮਾਰੀ ਮਸਕੀਟੋ ਨਾਲ ਹੁੰਦੀ ਹੈ ਔਰ ਆਇਰਨ ਦੀ ਕਮੀ ਨਾਲ ਅਨੀਮੀਆ ਹੁੰਦਾ ਹੈ। ਨੈਕਸਟ ਕੁਐਸਚਨ ਆਪਣੇ ਪਾਸ, ਡਿਸਲੈਕਸੀਆ ਇਜ਼ ਐਸੋਸੀਏਟਡ ਮੇਨਲੀ ਵਿਦ ਡਿਫਿਕਲਟੀਜ਼ ਇਨ। ਡਿਸਲੈਕਸੀਆ ਮੁੱਖ ਤੌਰ ਤੇ ਕਿਸ ਮੁਸ਼ਕਿਲਾਂ ਨਾਲ ਜੁੜਿਆ ਹੋਇਆ ਹੈ? ਸਭ ਤੋਂ ਪਹਿਲਾਂ ਸਪੀਕਿੰਗ ਐਂਡ ਹੀਅਰਿੰਗ, ਸੈਕੰਡ ਹੈ ਰੀਡਿੰਗ, ਥਰਡ ਹੈ ਹੀਅਰਿੰਗ, ਫੋਰਥ ਹੈ ਸਪੀਕਿੰਗ। ਦਾ ਰਾਈਟ ਆਪਸ਼ਨ ਹੋਏਗਾ ਜੀ ਆਪਣੇ ਕੋਲ ਆਪਸ਼ਨ ਨੰਬਰ ਸੈਕੰਡ, ਰੀਡਿੰਗ। क्वेश्चन नंबर 13 है, इफ़ यू गो टू अहमदाबाद यानी कि गुजरात बाय ट्रेन, एट अहमदाबाद रेलवे स्टेशन यू विल फाइंड द मोस्ट ऑफ द वेंडर्स आर सेलिंग। ਜੇਕਰ ਤੁਸੀਂ ਰੇਲ ਗੱਡੀ ਰਾਹੀਂ ਅਹਿਮਦਾਬਾਦ ਜਾਂਦੇ ਹੋ ਤਾਂ ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਵਿਕਰੇਤਾ ਕੀ ਵੇਚ ਰਹੇ ਹੁੰਦੇ ਹਨ। ਸਭ ਤੋਂ ਪਹਿਲਾਂ ਜੀ ਪੂਰੀ ਸ਼ਾਕ ਐਂਡ ਠੰਡਾ ਦੁੱਧ, ਸੈਕਿੰਡ ਹੈ ਢੋਕਲਾ ਵਿਦ ਚਟਨੀ ਐਂਡ ਲੈਮਨ ਰਾਈਸ, ਥਰਡ ਹੈ ਛੋਲੇ ਭਟੂਰੇ ਐਂਡ ਲੱਸੀ, ਐਂਡ ਫੋਰਥ ਹੈ ਇਡਲੀ ਚਟਨੀ ਐਂਡ ਵੜਾ ਚਟਨੀ। ਸੋ ਐਕਚੁਅਲੀ ਇਹ ਕੁਐਸਚਨ ਹੈ ਕਿ ਕਿਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦਾ ਫੂਡ ਜਿਹੜਾ ਪਾਇਆ ਜਾਂਦਾ ਹੈ। ਗੁਜਰਾਤ ਦੀ ਗੱਲ ਹੋ ਰਹੀ ਹੈ ਅਤੇ ਆਪਾਂ ਨੂੰ ਪਤਾ ਗੁਜਰਾਤ ਦੇ ਵਿੱਚ ਜਿਹੜਾ ਮੋਸਟਲੀ ਜੋ ਲੋਕ ਨੇਗੇ ਉਹ ਢੋਕਲਾ ਪਸੰਦ ਕਰਦੇ ਨੇ, ਢੋਕਲਾ ਵਿਦ ਚਟਨੀ ਐਂਡ ਲੈਮਨ ਰਾਈਸ। सो इसका राइट ऑप्शन होगा जी ऑप्शन नंबर 2, ढोकला चटनी विद लेमन राइस। क्वेश्चन नंबर 14 अपने पास, आफ्टर डायग्नोसिस अ डॉक्टर सेज टू पेशेंट दैट देयर इज लेस हीमोग्लोबिन इन हिज ब्लड, विच ऑफ द फॉलोइंग शुड ही ईट टू मेक अप द डेफिशिएंसी ऑफ आयरन। ਜਾਂਚ ਤੋਂ ਬਾਅਦ ਡਾਕਟਰ ਮਰੀਜ਼ ਨੂੰ ਕਹਿੰਦਾ ਹੈ ਕਿ ਉਸਦੇ ਖੂਨ ਵਿੱਚ ਹੀਮੋਗਲੋਬਿਨ ਘੱਟ ਹੈ, ਉਸ ਨੂੰ ਹੇਠ ਲਿਖੇ ਵਿੱਚੋਂ ਕਿਹੜਾ ਖਾਣਾ ਚਾਹੀਦਾ ਹੈ ਲੋਹੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ। ਸੋ ਸਭ ਤੋਂ ਪਹਿਲਾਂ ਹੈ ਜੀ ਆਮਲਾ, ਗ੍ਰੀਨ ਲੀਫੀ ਵੈਜੀਟੇਬਲਸ, ਜੈਗਰੀ ਕਿ ਆਮਲਾ, ਹਰੇ ਪੱਤੇਦਾਰ ਸਬਜ਼ੀਆਂ, ਗੁੜ, ਸੈਕਿੰਡ ਹੈ ਰਾਈਸ, ਸ਼ੂਗਰ ਤੇ ਆਮਲਾ, ਚਾਵਲ, ਖੰਡ ਤੇ ਆਮਲਾ, ਥਰਡ ਹੈ ਗ੍ਰੀਨ ਲੀਫੀ ਵੈਜੀਟੇਬਲਸ, ਵੀਟ ਐਂਡ ਔਰੇਂਜ, ਹਰੇ ਪੱਤੇਦਾਰ ਸਬਜ਼ੀਆਂ, ਕਣਕ ਅਤੇ ਸੰਤਰਾ, ਫੋਰਥ ਹੈ ਜੈਗਰੀ, ਲੈਮਨ, ਪੀ, ਗੁੜ, ਨਿੰਬੂ ਤੇ ਮਟਰ। ਸੋ ਇਸਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 1, ਆਮਲਾ, ਗ੍ਰੀਨ ਲੀਫੀ ਵੈਜੀਟੇਬਲਸ ਐਂਡ ਜੈਗਰੀ। ਇਹਨਾਂ ਦੇ ਵਿੱਚ ਜੋ ਹੈ ਆਇਰਨ ਸਭ ਤੋਂ ਜ਼ਿਆਦਾ ਪਾਇਆ ਜਾਂਦਾ, ਲੋਹਾ ਸਭ ਤੋਂ ਜ਼ਿਆਦਾ ਪਾਇਆ ਜਾਂਦਾ, ਜੋ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਦੇ ਵਿੱਚ ਕੰਮ ਆਉਂਦਾ ਹੈ। ਜੇ ਕੁਐਸਚਨ ਨੰਬਰ 15 ਆਪਣੇ ਪਾਸ ਆ ਜਾਂਦਾ, ਵਾਈਲ ਡਿਸਕਸਿੰਗ ਲਾਈਕਿੰਗ ਐਂਡ ਡਿਸਲਾਈਕਿੰਗ, ਅ ਸਟੂਡੈਂਟ ਸੇਜ਼ ਆਈ ਐਂਡ ਮਾਈ ਮਦਰ ਬੋਥ ਲਵ ਟੂ ਈਟ ਸਨੇਕਸ। Whenever we feel like eating snakes, we go to a nearby hotel and eat ling hu fen. This student must belong to Assam, Hong Kong, Orissa ਜਾਂ ਅਰੁਣਾਚਲ ਪ੍ਰਦੇਸ਼। ਪਸੰਦ ਅਤੇ ਨਾਪਸੰਦ ਬਾਰੇ ਚਰਚਾ ਕਰਦੇ ਹੋਏ ਇੱਕ ਵਿਦਿਆਰਥੀ ਕਹਿੰਦਾ ਹੈ ਕਿ ਮੈਂ ਤੇ ਮੇਰੀ ਮਾਂ ਦੋਵੇਂ ਸੱਪਾਂ ਨੂੰ ਖਾਣਾ ਪਸੰਦ ਕਰਦੇ ਹਾਂ। ਜਦੋਂ ਵੀ ਸਾਨੂੰ ਸੱਪਾਂ ਨੂੰ ਖਾਣ ਦਾ ਮਨ ਹੁੰਦਾ ਹੈ ਅਸੀਂ ਨੇੜਲੇ ਹੋਟਲ ਵਿੱਚ ਜਾਂਦੇ ਹਾਂ ਅਤੇ ਲਿੰਗ ਹੂ ਫੇਨ ਖਾਂਦੇ ਹਾਂ। ਇਹ ਵਿਦਿਆਰਥੀ ਜ਼ਰੂਰ ਸੰਬੰਧਿਤ ਹੈ ਅਸਾਮ ਨਾਲ, ਹਾਂਗਕਾਂਗ ਨਾਲ, ਉੜੀਸਾ ਨਾਲ ਜਾਂ ਅਰੁਣਾਚਲ ਪ੍ਰਦੇਸ਼ ਨਾਲ। ਇਸ ਦਾ ਰਾਈਟ ਆਪਸ਼ਨ ਹੋਗਾ ਜੀ ਆਪਸ਼ਨ ਨੰਬਰ 2, ਹਾਂਗਕਾਂਗ। नेक्स्ट अपने पास 16th नंबर क्वेश्चन है, सिलेक्ट फ्रॉम द फॉलोइंग अ ग्रुप दैट कंप्राइजेज ऑफ मैथड्स ऑफ कुकिंग फूड। ਨਿਮਨਲਿਖਤ ਵਿੱਚ ਇੱਕ ਸਮੂਹ ਚੁਣੋ ਜਿਸ ਵਿੱਚ ਵਿਧੀਆਂ ਸ਼ਾਮਿਲ ਹਨ ਖਾਣਾ ਬਣਾਉਣ ਦੀਆਂ। ਸੋ ਸਭ ਤੋਂ ਪਹਿਲਾਂ ਜੀ ਬੋਇਲਿੰਗ, ਨੀਡਿੰਗ, ਰੋਸਟਿੰਗ, ਉਬਾਲਣਾ, ਗੁੰਨਣਾ ਤੇ ਭੁੰਨਣਾ। ਸੈਕਿੰਡ ਹੈ ਬੇਕਿੰਗ, ਬੋਇਲਿੰਗ ਐਂਡ ਰੋਲਿੰਗ, ਪਕਾਉਣਾ, ਉਬਾਲਣਾ ਤੇ ਰੋਲ ਕਰਨਾ। ਥਰਡ ਹੈ ਫਰਾਈਂਗ, ਸੋਕਿੰਗ, ਰੋਸਟਿੰਗ, ਤਲਣਾ, ਭਿਉਣਾ ਤੇ ਭੁੰਨਣਾ। ਫੋਰਥ ਹੈ ਬੇਕਿੰਗ, ਫਰਾਈਂਗ ਤੇ ਰੋਸਟਿੰਗ, ਪਕਾਉਣਾ, ਤਲਣਾ ਤੇ ਭੁੰਨਣਾ। ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 2, ਬੇਕਿੰਗ, ਬੋਇਲਿੰਗ ਤੇ ਰੋਲਿੰਗ, ਪਕਾਉਣਾ, ਉਬਾਲਣਾ ਤੇ ਰੋਲ ਕਰਨਾ। ਸੋ ਨੈਕਸਟ ਆਪਣੇ ਪਾਸ, ਇਨ ਵਿਚ ਆਫ ਦ ਫੋਲੋਇੰਗ ਪਾਰਟਸ ਆਫ ਆਰ ਕੰਟਰੀ ਡੂ ਪੀਪਲ ਗਰੋ ਐਡੀਬਲ ਸਚ ਐਜ਼ ਟੈਪੀਓਕਾ ਐਂਡ ਕੋਕੋਨਟ ਇਨ ਦੇਅਰ ਕੋਰਟਯਾਰਡ, ਫਾਈਨ ਫੂਡ ਪ੍ਰੀਪੇਅਰਡ ਯੂਜ਼ਿੰਗ ਥੀਸ ਟੂ ਬੀ ਵੈਰੀ ਟੇਸਟੀ। ਸਾਡੇ ਦੇਸ਼ ਵਿੱਚ ਕਿਹੜੇ ਭਾਗਾਂ ਵਿੱਚ ਲੋਕ ਆਪਣੇ ਵਿਹੜਿਆਂ ਵਿੱਚ ਟੈਪੀਓਕਾ ਅਤੇ ਨਾਰੀਅਲ ਵਰਗੇ ਖਾਣ ਵਾਲੇ ਪਦਾਰਥ ਉਗਾਉਂਦੇ ਹਨ ਅਤੇ ਉਹਨਾਂ ਨੂੰ ਇਹਨਾਂ ਦੀ ਵਰਤੋਂ ਕਰਕੇ ਭੋਜਨ ਵਿੱਚ ਬਹੁਤ ਹੀ ਸਵਾਦ ਜਿਹੜਾ ਮਿਲਦਾ ਹੈ। ਸੋ ਕਿਹੜੇ ਹੋ ਸਕਦੇ ਆ ਜੀ ਆਂਧਰਾ ਪ੍ਰਦੇਸ਼ ਤੇ, ਸੈਕਿੰਡ ਅਸਮ, ਥਰਡ ਗੋਆ, ਫੋਰਥ ਕੇਰਲਾ। ਸੋ ਇਸਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 4, ਕੇਰਲਾ। 18th number question, a doctor prescribed some medicines to a patient and also suggested him to eat jaggery, amla and more green leafy vegetables. This patient must be suffering from। ਇੱਕ ਡਾਕਟਰ ਨੇ ਇੱਕ ਮਰੀਜ਼ ਨੂੰ ਕੁਝ ਦਵਾਈਆਂ ਦੱਸੀਆਂ ਤੇ ਉਸਨੂੰ ਗੁੜ, ਆਮਲਾ ਤੇ ਹਰੀਆਂ ਸਬਜ਼ੀਆਂ, ਪੱਤੇਦਾਰ ਸਬਜ਼ੀਆਂ ਖਾਣ ਦਾ ਸੁਝਾਅ ਦਿੱਤਾ। ਇਹ ਮਰੀਜ਼ ਕਿਹੜੀ ਕਮੀ ਤੋਂ, ਕਿਹੜੀ ਬਿਮਾਰੀ ਤੋਂ ਪੀੜਿਤ ਹੋ ਸਕਦਾ ਹੈ? ਸਭ ਤੋਂ ਪਹਿਲਾਂ ਫੀਵਰ ਯਾਨੀ ਕਿ ਬੁਖਾਰ, ਸੈਕਿੰਡ ਟਾਈਫਾਈਡ, ਥਰਡ ਹੈ ਮਲੇਰੀਆ, ਫੋਰਥ ਹੈ ਅਨੀਮੀਆ। ਇਹਨਾਂ ਨੂੰ ਪੰਜਾਬੀ ਦੇ ਵਿੱਚ ਵੀ ਟਾਈਫਾਈਡ, ਮਲੇਰੀਆ ਤੇ ਅਨੀਮੀਆ ਹੀ ਕਿਹਾ ਜਾਂਦਾ ਹੈ। ਸੋ ਆਪਾਂ ਹੁਣੇ ਉੱਪਰ ਵਾਲੇ ਕੁਐਸਚਨ ਦੇ ਵਿੱਚ ਪੜ੍ਹਿਆ ਸੀਗਾ ਕਿ ਜੈਗਰੀ, ਆਮਲਾ ਤੇ ਗ੍ਰੀਨ ਲੀਫੀ ਵੈਜੀਟੇਬਲਸ ਜਿਹੜੇ ਨੇ ਉਹ ਖਾਏ ਜਾਂਦੇ ਨੇ ਜਦੋਂ ਕਿਸੇ ਦੇ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ। ਸੋ ਆਇਰਨ ਦੀ ਕਮੀ ਦੇ ਨਾਲ ਅਨੀਮੀਆ ਬਿਮਾਰੀ ਹੁੰਦੀ ਹੈ। ਸੋ ਫੋਰਥ ਇਜ਼ ਦਾ ਰਾਈਟ ਆਪਸ਼ਨ ਆਏਗਾ। क्वेश्चन नंबर 19 है अपने पास, रीना लव्स मैंगोज, शी वांट्स टू प्रिजर्व दीज फॉर विंटर्स, विच वन ऑफ द फॉलोइंग इज अ गुड वे ऑफ प्रिजर्विंग दैम। ਰੀਨਾ ਨੂੰ ਅੰਬ ਬਹੁਤ ਪਸੰਦ ਹਨ, ਉਹ ਇਹਨਾਂ ਨੂੰ ਸਰਦੀਆਂ ਲਈ ਸੁਰੱਖਿਅਤ ਰੱਖਣਾ ਚਾਹੁੰਦੀ ਹੈ। ਇਹਨਾਂ ਨੂੰ ਸੁਰੱਖਿਅਤ ਰੱਖਣ ਦਾ ਇਹਨਾਂ ਵਿੱਚੋਂ ਕਿਹੜਾ ਵਧੀਆ ਤਰੀਕਾ ਹੋ ਸਕਦਾ ਹੈ? ਸਭ ਤੋਂ ਪਹਿਲਾਂ ਮੇਕ ਆਮ ਪਾਪੜ ਐਂਡ ਪਿਕਲ, ਆਮ ਪਾਪੜ ਅਤੇ ਅਚਾਰ ਬਣਾਓ। ਸੈਕਿੰਡ ਹੈ ਪ੍ਰੀਪੇਅਰ ਜੂਸ ਐਂਡ ਸਟੋਰ ਇਨ ਐਨ ਏਅਰ ਟਾਈਟ ਕੰਟੇਨਰ, ਇਸ ਦਾ ਜੂਸ ਤਿਆਰ ਕਰੋ ਤੇ ਏਅਰ ਟਾਈਟ ਡੱਬੇ ਵਿੱਚ ਸਟੋਰ ਕਰੋ। ਥਰਡ ਹੈ ਪੁੱਟ ਇਟ ਇਨ ਅ ਪਲਾਸਟਿਕ ਬੈਗ, ਇਸ ਨੂੰ ਪਲਾਸਟਿਕ ਬੈਗ ਵਿੱਚ ਪਾਓ ਤੇ ਫੋਰਥ ਹੈ ਸਟੋਰ ਇਨ ਅ ਰੈਫਰੀਜਰੇਟਰ, ਫ੍ਰਿਜ ਵਿੱਚ ਸਟੋਰ ਕਰੋ। ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 1, ਮੇਕ ਆਮ ਪਾਪੜ ਐਂਡ ਪਿਕਲ, ਇਸ ਦਾ ਆਮ ਪਾਪੜ ਬਣਾਓ ਤੇ ਅਚਾਰ ਬਣਾਓ, ਇਸ ਦਾ ਰਾਈਟ ਆਪਸ਼ਨ ਹੈ। ਨੈਕਸਟ ਕੁਐਸਚਨ ਹੈ ਬਸ, ਇਨ ਵਿਚ ਵਨ ਆਫ ਦ ਫੋਲੋਇੰਗ ਸਟੇਟਸ ਆਫ ਆਰ ਕੰਟਰੀ ਡੂ ਮਸਟ ਪੀਪਲ ਲਾਈਕ ਟੂ ਈਟ ਸੀ ਫਿਸ਼ ਕੁਕਡ ਇਨ ਕੋਕੋਨਟ ਆਇਲ। ਸਾਡੇ ਦੇਸ਼ ਦੇ ਕਿਹੜੇ ਰਾਜਾਂ ਵਿੱਚ ਜ਼ਿਆਦਾਤਰ ਲੋਕ ਨਾਰੀਅਲ ਦੇ ਤੇਲ ਵਿੱਚ ਪਕਾਈ ਗਈ ਸਮੁੰਦਰੀ ਮੱਛੀ ਖਾਣਾ ਪਸੰਦ ਕਰਦੇ ਹਨ? ਸੋ ਸਭ ਤੋਂ ਪਹਿਲਾਂ ਜੀ ਮਿਜ਼ੋਰਮ, ਸੈਕਿੰਡ ਹੈ ਗੋਆ, ਥਰਡ ਹੈ ਜੰਮੂ ਐਂਡ ਕਸ਼ਮੀਰ, ਫੋਰਥ ਹੈ ਬਿਹਾਰ। ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 2, ਗੋਆ।
ਨੈਕਸਟ ਕੁਐਸਚਨ ਬਸ ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਸੈਟ ਆਫ ਡਿਸੀਜ਼ਜ਼ ਕੋਜ਼ਡ ਔਰ ਸਪਰੈਡ ਬਾਈ ਮਸਕੀਟੋਜ਼। ਹੇਠ ਲਿਖਿਆਂ ਵਿੱਚੋਂ ਬਿਮਾਰੀਆਂ ਦਾ ਇੱਕ ਸਮੂਹ ਹੈ ਜੋ ਮੱਛਰਾਂ ਦੁਆਰਾ ਫੈਲਦੀਆਂ ਹਨ। ਤਾਂ ਤੁਸੀਂ ਲੱਭਣਾ ਜੀ ਸਭ ਤੋਂ ਪਹਿਲਾਂ ਆਪਣੇ ਪਾਸ ਚਿਕਨਗੁਨੀਆ, ਮਲੇਰੀਆ, ਟਾਈਫਾਈਡ। ਸੈਕਿੰਡ ਹੈ ਕੋਲਰਾ, ਡੇਂਗੀ, ਮਲੇਰੀਆ। ਕੋਲਰਾ ਨੂੰ ਪੰਜਾਬੀ ਵਿੱਚ ਹੈਜ਼ਾ ਕਿਹਾ ਜਾਂਦਾ ਹੈ। ਥਰਡ ਹੈ ਚਿਕਨਗੁਨੀਆ, ਡੇਂਗੀ, ਮਲੇਰੀਆ। ਫੋਰਥ ਹੈ ਚਿਕਨਗੁਨੀਆ, ਕੋਲਰਾ, ਟਾਈਫਾਈਡ। ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 3 ਚਿਕਨਗੁਨੀਆ, ਡੇਂਗੀ ਤੇ ਮਲੇਰੀਆ। ਇਹ ਤਿੰਨੋਂ ਹੀ ਬਿਮਾਰੀਆਂ ਜਿਹੜੀਆਂ ਮੱਛਰਾਂ ਦੁਆਰਾ ਹੁੰਦੀਆਂ ਨੇ। ਨੈਕਸਟ ਕੁਐਸਚਨ ਮੇਰੇ ਪਾਸ ਵਿਚ ਵਨ ਆਫ ਦਾ ਫੋਲੋਇੰਗ ਮੈਚਿਸ ਇਜ਼ ਨੋਟ ਅ ਕਰੈਕਟ ਵੇ ਆਫ ਫੂਡ ਪ੍ਰੀਜ਼ਰਵੇਸ਼ਨ। ਹੇਠ ਲਿਖਿਆਂ ਵਿੱਚੋਂ ਕਿਹੜਾ ਮੈਚ ਭੋਜਨ ਦੀ ਸਹੀ ਸੰਭਾਲ ਦਾ ਸਹੀ ਤਰੀਕਾ ਨਹੀਂ ਹੈ। ਸਭ ਤੋਂ ਪਹਿਲਾਂ ਪੋਟੈਟੋ ਚਿਪਸ, ਯਾਨੀ ਕਿ ਆਲੂਆਂ ਦੇ ਚਿਪਸ ਬਣਾ ਦੇਣਾ, ਚਿਪਸ ਬਣਾ ਕੇ ਉਸਨੂੰ ਸਟੋਰ ਕਰਨਾ। ਸੈਕਿੰਡ ਹੈ ਮਿਲਕ ਦਾ ਪਨੀਰ ਬਣਾ ਕੇ ਉਸਨੂੰ ਸਟੋਰ ਕਰਨਾ। ਥਰਡ ਹੈ ਐਪਲ ਦਾ ਜੈਮ ਬਣਾ ਕੇ ਉਸਨੂੰ ਸਟੋਰ ਕਰਨਾ। ਤੇ ਰੋ ਮੈਂਗੋ ਦਾ ਅਚਾਰ ਬਣਾ ਕੇ ਉਸਨੂੰ, ਯਾਨੀ ਕਿ ਕੱਚੇ ਅੰਬ ਦਾ ਅਚਾਰ ਬਣਾ ਕੇ ਉਸਨੂੰ ਸਟੋਰ ਕਰਨਾ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 2 ਮਿਲਕ ਦਾ ਪਨੀਰ ਬਣਾ ਕੇ ਸਟੋਰ ਕਰਨਾ। ਇਹ ਇੱਕ ਸਹੀ ਤਰੀਕਾ ਨਹੀਂ ਹੈ ਇਸਨੂੰ ਸਟੋਰ ਕਰਨ ਦਾ। Next question our pass Rihanna goes to Kerala along with her family. She sees tall trees which are very different from those in her hometown Shimla. Which trees could she have seen in Kerala? ਰਿਹਾਨਾ ਆਪਣੇ ਪਰਿਵਾਰ ਸਮੇਤ ਕੇਰਲ ਜਾਂਦੀ ਹੈ। ਉੱਥੇ ਉਹ ਉੱਚੇ ਦਰਖਤ ਦੇਖਦੀ ਹੈ ਜੋ ਉਸਦੇ ਜੱਦੀ ਸ਼ਹਿਰ ਸ਼ਿਮਲਾ ਤੋਂ ਬਹੁਤ ਵੱਖਰੀਆਂ ਹਨ। ਕੇਰਲਾ ਵਿੱਚ ਕਿਹੜੇ ਰੁੱਖ ਵੇਖ ਸਕਦੀ ਹੈ? ਸਭ ਤੋਂ ਪਹਿਲਾਂ ਕੋਕੋਨਟ, ਸੈਕਿੰਡ ਐਪਲ, ਥਰਡ ਲੀਚੀ, ਫੋਰਥ ਪਾਈਨ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 1 ਕੋਕੋਨਟ। ਨੈਕਸਟ ਕੁਐਸਚਨ ਆਪਣੇ ਪਾਸ ਗਲਾਸ ਜਾਰਜ਼ ਐਂਡ ਬੋਟਲਸ ਆਰ ਡਰਾਈਡ ਵੈਲ ਇਨ ਦਾ ਸਨ ਬਿਫੋਰ ਫਿਲਿੰਗ them with pickles. Why is it so? ਕੱਚ ਦੇ ਜਾਰ ਅਤੇ ਬੋਤਲਾਂ ਨੂੰ ਅਚਾਰ ਭਰਨ ਤੋਂ ਪਹਿਲਾਂ ਸੂਰਜ ਵਿੱਚ ਚੰਗੀ ਤਰ੍ਹਾਂ ਸੁਕਾ ਲਿਆ ਜਾਂਦਾ ਹੈ। ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ? ਸਭ ਤੋਂ ਪਹਿਲਾਂ ਟੂ ਇਨਕਰੀਜ਼ ਦੇਅਰ ਟੈਂਪਰੇਚਰ, ਉਹਨਾਂ ਦੇ ਵਿੱਚ ਉਹਨਾਂ ਦਾ ਤਾਪਮਾਨ ਵਧਾਉਣ ਦੇ ਲਈ। ਸੈਕਿੰਡ ਹੈ ਟੂ ਰਿਮੂਵ ਦਾ ਡਸਟ ਫਰੋਮ them, ਉਹਨਾਂ ਵਿੱਚੋਂ ਧੂੜ ਹਟਾਉਣ ਦੇ ਲਈ। ਥਰਡ ਹੈ ਟੂ ਰਿਮੂਵ ਦਾ ਮੋਇਸਚਰ ਕੰਪਲੀਟਲੀ, ਨਮੀ ਨੂੰ ਪੂਰੀ ਤਰ੍ਹਾਂ ਹਟਾਉਣ ਲਈ। ਤੇ ਫੋਰਥ ਹੈ ਟੂ ਮੇਕ ਪਿਕਲਸ ਟੇਸਟੀ, ਅਚਾਰਾਂ ਨੂੰ ਸਵਾਦ ਬਣਾਉਣ ਲਈ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 3 ਉਸਦੇ ਵਿੱਚੋਂ ਮੋਇਸਚਰਾਈਜ਼ਰ ਯਾਨੀ ਕਿ ਨਮੀ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਲਈ। ਨੈਕਸਟ ਕੁਐਸਚਨ ਆਪਣੇ ਪਾਸ ਵਿਚ ਆਫ ਦਾ ਫੋਲੋਇੰਗ ਇਜ਼ ਅ ਸੈਟ ਆਫ ਡਿਸੀਜ਼ਜ਼ ਸਪਰੈਡ ਬਾਈ ਮਸਕੀਟੋਜ਼। ਇਹਨਾਂ ਵਿੱਚੋਂ ਆਪਾਂ ਦੱਸਣੀ ਹੈ ਜੀ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਮਸਕੀਟੋ ਯਾਨੀ ਕਿ ਮੱਛਰਾਂ ਦੁਆਰਾ ਫੈਲਦੀਆਂ ਨੇ। ਸਭ ਤੋਂ ਪਹਿਲਾਂ ਟਾਈਫਾਈਡ, ਕੋਲਰਾ, ਚਿਕਨਗੁਨੀਆ। ਸੈਕਿੰਡ ਮਲੇਰੀਆ, HIV ਏਡਸ, ਡੇਂਗੀ। ਥਰਡ ਹੈ HIV ਏਡਸ, ਕੋਲਰਾ ਜਿਸ ਨੂੰ ਹੈਜ਼ਾ ਕਿਹਾ ਜਾਂਦਾ ਹੈ, ਨਾਲ ਡੇਂਗੀ। ਫੋਰਥ ਹੈ ਡੇਂਗੀ, ਮਲੇਰੀਆ, ਚਿਕਨਗੁਨੀਆ। ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ 4 ਡੇਂਗੀ, ਮਲੇਰੀਆ ਤੇ ਚਿਕਨਗੁਨੀਆ। ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਸੈਟਸ ਆਫ ਈਟੇਬਲਸ ਇਨ ਰਿਚ ਇਨ ਆਇਰਨ। ਖਾਣਯੋਗ ਪਦਾਰਥਾਂ ਦੇ ਹੇਠਾਂ ਦਿੱਤੇ ਸਮੂਹ ਵਿੱਚੋਂ ਕਿਹੜਾ ਆਇਰਨ ਦੀ ਭਰਪੂਰ ਮਾਤਰਾ ਵਾਲਾ ਹੈ? ਸਭ ਤੋਂ ਪਹਿਲਾਂ ਆਮਲਾ, ਸਪਾਈਨਚ, ਜੈਗਰੀ। ਸੈਕਿੰਡ ਆਮਲਾ, ਸਪਾਈਨਚ, ਪੋਟੈਟੋ। ਥਰਡ ਹੈ ਆਮਲਾ, ਪੋਟੈਟੋ, ਟੋਮੈਟੋ। ਫੋਰਥ ਹੈ ਕੈਬੇਜ, ਓਕਰਾ, ਜੈਗਰੀ। ਪੰਜਾਬੀ ਦੇ ਵਿੱਚ ਸੁਣ ਲਓ ਜੀ ਆਮਲਾ, ਪਾਲਕ ਤੇ ਗੁੜ। ਸੈਕਿੰਡ ਹੈ ਆਮਲਾ, ਪਾਲਕ ਤੇ ਆਲੂ। ਥਰਡ ਹੈ ਆਮਲਾ, ਆਲੂ ਤੇ ਟਮਾਟਰ। ਫੋਰਥ ਹੈ ਗੋਭੀ, ਭਿੰਡੀ ਤੇ ਗੁੜ। ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 1 ਆਮਲਾ, ਸਪਾਈਨਚ ਤੇ ਜੈਗਰੀ। ਗੁੜ, ਪਾਲਕ ਤੇ ਆਮਲਾ ਇਹਨਾਂ ਦੇ ਵਿੱਚ ਸਭ ਤੋਂ ਵੱਧ ਆਇਰਨ ਦੀ ਮਾਤਰਾ ਪਾਈ ਜਾਂਦੀ ਹੈ। ਨੈਕਸਟ ਕੁਐਸਚਨ ਹੈ ਪਾਸ ਦ ਗੈਸਟ੍ਰਿਕ ਜੂਸ ਇਨ ਦ ਸਟਮਕ ਆਫ ਹਿਊਮਨ ਬੀਇੰਗ ਇਜ਼ ਡੈਸ਼ ਐਂਡ ਏਡਸ ਇਨ ਦ ਡਾਈਜੈਸ਼ਨ ਆਫ ਫੂਡ। ਮਨੁੱਖ ਦੇ ਪੇਟ ਵਿੱਚ ਗੈਸਟ੍ਰਿਕ ਜੂਸ ਡੈਸ਼ ਹੈ ਅਤੇ ਭੋਜਨ ਦੇ ਪਾਚਨ ਵਿੱਚ ਸਹਾਇਤਾ ਕਰਦਾ ਹੈ। ਸਭ ਤੋਂ ਪਹਿਲਾਂ ਐਮਫੋਟੈਰਿਕ, ਸੈਕਿੰਡ ਹੈ ਨਿਊਟਰਲ, ਥਰਡ ਐਸਿਡਿਕ, ਫੋਰਥ ਹੈ ਐਲਕਲਾਈਨ। ਪੰਜਾਬੀ ਵਿੱਚ ਪਹਿਲਾ ਐਮਫੋਟੈਰਿਕ, ਦੂਸਰਾ ਨਿਰਪੱਖ, ਤੀਸਰਾ ਜਾਂ ਜਿਸ ਨੂੰ ਉਦਾਸੀਨ ਕਿਹਾ ਜਾਂਦਾ ਹੈ, ਥਰਡ ਦੇ ਵਿੱਚ ਹੈ ਤੇਜ਼ਾਬੀ ਤੇ ਫੋਰਥ ਹੈ ਖਾਰਾ। ਤਾਂ ਗੈਸਟ੍ਰਿਕ ਜੂਸ ਜੋ ਸਾਡੇ ਪੇਟ ਦੇ ਵਿੱਚ ਜੂਸ ਹੁੰਦਾ ਹੈ, ਸਟਮਕ ਦੇ ਵਿੱਚ ਪੇਟ ਦੇ ਵਿੱਚ ਜੋ ਜੂਸ ਹੁੰਦਾ ਹੈ ਜੋ ਭੋਜਨ ਨੂੰ ਪਾਚਨ ਕਰਨ ਦੇ ਵਿੱਚ ਹੈਲਪ ਕਰਦਾ ਹੈ, ਉਹ ਜੂਸ ਕਿਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਤੇਜ਼ਾਬੀ ਹੁੰਦਾ ਹੈ, ਖਾਰਾ ਹੁੰਦਾ ਹੈ, ਉਦਾਸੀਨ ਹੁੰਦਾ ਹੈ ਜਾਂ ਐਮਫੋਟੈਰਿਕ। ਐਮਫੋਟੈਰਿਕ ਦਾ ਕੀ ਮਤਲਬ ਹੈ? ਲਾਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਐਮਫੀ ਦਾ ਮਤਲਬ ਹੁੰਦਾ ਬੋਥ, ਦੋਨੋਂ, ਜੋ ਦੋਨੋਂ ਤਰ੍ਹਾਂ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ। ਸੋ ਐਮਫੋਟੈਰਿਕ ਦਾ ਮਤਲਬ ਕਿ ਉਹ ਜੂਸ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਤੇਜ਼ਾਬੀ ਵੀ ਹੈ ਤੇ ਖਾਰਾ ਵੀ ਹੈ। ਸੋ ਇਸ ਦਾ ਰਾਈਟ ਆਪਸ਼ਨ ਕੀ ਹੋਏਗਾ? ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ 3 ਉਹ ਹੁੰਦਾ ਜੀ ਐਸਿਡਿਕ ਯਾਨੀ ਕਿ ਤੇਜ਼ਾਬੀ। ਤੋ ਇਹ ਸੀਗੇ ਜੀ ਸਾਰੇ ਕੁਐਸਚਨ ਜੋ ਕਿ ਫੂਡ ਐਂਡ ਨਿਊਟ੍ਰੀਸ਼ਨ ਦੇ ਨਾਲ ਰਿਲੇਟਡ ਸੀਗੇ EVS ਦੇ ਰਿਗਾਰਡਿੰਗ। ਆਈ ਹੋਪ ਤੁਹਾਨੂੰ ਕੁਐਸਚਨ ਜਿਹੜੇ ਚੰਗੀ ਤਰ੍ਹਾਂ ਸਮਝ ਆਏ ਹੋਣਗੇ, ਤੁਹਾਡੀ ਜਿਹੜੀ ਡਾਊਟਸ ਆ ਉਹ ਕਲੀਅਰ ਹੋਏ ਹੋਣਗੇ। ਇਸ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਪਾਉਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।